ਕਿ ਅੱਜ ਆਪਾਂ ਦੇਸ਼ ਦੇ ਸਮੂਹ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਾਂਗੇ। ਵਰਣਨਯੋਗ ਹੈ ਕਿ ਸਾਲ 2004 ਤੋਂ ਬਾਅਦ ਹੋਏ ਦੇਸ਼ ਦੇ ਸਮੂਹ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਵੀਂ ਪੈਨਸ਼ਨ ਸਕੀਮ ਥੋਪੀ ਗਈ, ਜਿਸ ਦੀ ਸਭ ਤੋਂ ਵੱਡੀ ਕਮੀ ਮੁਲਾਜ਼ਮ ਦੀ ਜੀਵਨ ਭਰ ਦੀ ਪੂੰਜੀ ਸਰਕਾਰਾਂ ਦੁਆਰਾ ਸ਼ੇਅਰ ਮਾਰਕੀਟ ਵਿੱਚ ਲਗਾਈ ਜਾ ਰਹੀ ਹੈ ਅਤੇ ਰਿਟਾਇਰਮੈਂਟ ਹੋਣ ਤੇ ਮੁਲਾਜ਼ਮ ਨੂੰ ਬਹੁਤ ਘੱਟ ਪੈਨਸ਼ਨ ਮਿਲਣ ਯੋਗ ਹੁੰਦੀ ਹੈ, ਜਿਸ ਵਿੱਚ ਜੀਵਨ ਦਾ ਗੁਜ਼ਾਰਾ ਕਰਨਾ ਬਿਲਕੁਲ ਅਸੰਭਵ ਹੈ। ਅੱਜ ਆਪਾਂ ਨਵੀਂ ਪੈਨਸ਼ਨ ਸਕੀਮ ਦੀਆਂ ਕਮੀਆਂ, ਮੁਲਾਜ਼ਮਾਂ ਨੂੰ ਇਸ ਵਿੱਚ ਕਿੰਨਾ ਘਾਟਾ ਪੈ ਰਿਹਾ ਹੈ, ਪੁਰਾਣੀ ਪੈਨਸ਼ਨ ਸਕੀਮ ਦੇ ਲਾਭ ਅਤੇ ਪਿਛਲੇ 10 ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਬਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੁਆਰਾ ਕੀਤੇ ਸੰਘਰਸ਼ ਅਤੇ ਪ੍ਰਾਪਤੀਆਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦਾ ਸੰਘਰਸ਼ਮਈ ਤੇ ਸ਼ਾਨਾ ਮੱਤਾ ਇਤਿਹਾਸ ਰਿਹਾ। 2014 ਚੋਂ ਲਗਾਤਾਰ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਦੀ ਔਰ ਨਵੀਂ ਪੈਨਸ਼ਨ ਸਕੀਮ ਰੱਦ ਕਰਨ ਦੀ ਮੰਗ ਤੇ ਲੜ ਰਹੇ ਹਾਂ। ਇਸ ਦੇ ਤਹਿਤ ਆਪਾਂ ਜਿੱਥੇ 2014-15 ਜ਼ਿਲ੍ਹੇ ਪੱਧਰ ਦੀਆਂ ਮੀਟਿੰਗਾਂ 2017 ਚ ਆ ਕੇ ਜ਼ੋਨਲ ਪੱਧਰ ਦੁਆਬਾ, ਮਾਝਾ ਤੇ ਮਾਲਵੇ ਪੱਧਰ ਦੀਆਂ ਰੈਲੀਆਂ ਕੀਤੀਆਂ। ਉਹਦੇ ਨਾਲ ਹੀ 20 ਮਈ 2018 ਨੂੰ ਅਸੀਂ ਸ਼ਾਹਕੋਟ ਰੈਲੀ ਕੀਤੀ, ਇੱਕ ਬਹੁਤ ਵੱਡੀ ਬਾਈ ਇਲੈਕਸ਼ਨ ਵੇਲੇ। ਉਸ ਵੇਲੇ ਸਰਕਾਰ ਨੂੰ ਜਿਹੜਾ ਐਕਸ ਗ੍ਰੇਸ਼ੀਆ ਸਰਕਾਰ ਨੇ ਉਸ ਰੈਲੀ ਤੋਂ ਬਾਅਦ ਜਿਹੜਾ ਅਨਾਉਂਸ ਕੀਤਾ, ਪਰ ਸਾਡੀ ਲਗਾਤਾਰ ਸੰਘਰਸ਼ ਦਾ ਕਾਫਲਾ ਚੱਲਦਾ ਰਿਹਾ। ਉਸ ਦੇ ਤਹਿਤ ਹੀ ਐਮਪੀ ਚੋਣਾਂ ਸਮੇਂ ਅਸੀਂ ਇੱਕ ਪੋਸਟਰ ਮੁਹਿੰਮ ਚਲਾਈ ਕਿ ਜਿਹੜਾ ਵੀ ਐਨਪੀਐਸ ਮੁਲਾਜ਼ਮ ਸੀਗਾ ਉਹਨੇ ਜਿਹੜਾ ਆਪਣੇ ਘਰ ਦੇ ਅੱਗੇ ਆਪ ਇੱਕ ਪੋਸਟਰ ਲਾਇਆ ਕਿ ਮੈਂ ਪੈਨਸ਼ਨ ਤੋਂ ਬਗੈਰ ਕਰਮਚਾਰੀ ਹਾਂ, ਮੇਰੇ ਘਰ ਉਹੀ ਵੋਟ ਮੰਗੇ ਜੋ ਮੇਰਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦਾ ਹੋਵੇ। ਸੋ ਉਸੇ ਨੂੰ ਕੜੀ ਨੂੰ ਅੱਗੇ ਤੋਰਦੇ ਹਾਂ। 13 ਅਕਤੂਬਰ 2019 ਨੂੰ ਦਾਖਾ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ, ਜਿਸ ਦਬਾਅ ਚੱਲਦਿਆਂ ਸਰਕਾਰ ਨੇ ਸਾਡੇ ਐਨਪੀਐਸ ਕਰਮਚਾਰੀਆਂ ਤੇ ਗ੍ਰੈਸਟੀ ਤੇ ਨਾਲ ਹੀ ਜਿਹੜਾ ਮੈਚਿੰਗ ਸ਼ੇਅਰ ਹੈ ਉਹ 10% ਤੋਂ ਵਧਾ ਕੇ 14% ਕੀਤਾ। ਇੱਥੇ ਮੈਂ ਸਾਥੀਓ ਇਹ ਦੱਸਣਾ ਚਾਹੁੰਦਾ ਵੀ ਸਾਡੀ ਲੜਾਈ ਪੁਰਾਣੀ ਪੈਨਸ਼ਨ ਦੀ ਹੈ। ਇਹ ਜ਼ਰੂਰ ਗੱਲ ਹੈ ਵੀ ਇਹ ਸੰਘਰਸ਼ ਕਰਦੇ ਕੁਝ ਸਾਡੀਆਂ ਪ੍ਰਾਪਤੀਆਂ ਹੋਈਆਂ ਨੇ, ਉਹਦੇ ਲਈ ਸਾਡੇ ਸਾਰੇ ਸਾਥੀਆਂ ਦਾ, ਪੂਰੀ ਟੀਮ ਦਾ, ਕਮੇਟੀ ਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਚਾਹੁੰਦਾ ਵੀ ਇਸੇ ਲੈਵਲ ਤੇ ਆਪਾਂ ਰਾਸ਼ਟਰੀ ਪੱਧਰ ਤੇ ਵੀ ਨੋ ਪ੍ਰੂਫ ਨੈਸ਼ਨਲ ਓਲਡ ਪੈਨਸ਼ਨ ਰੈਸਟੋਰੇਸ਼ਨ ਯੂਨਾਈਟਿਡ ਫਰੰਟ, ਜਿਹਦੇ ਪ੍ਰਧਾਨ ਬੀਪੀ ਸਿੰਘ ਰਾਵਤ ਨੇ, ਔਰ ਕੌਮੀ ਵਾਈਸ ਚੇਅਰਮੈਨ ਸਾਡੇ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ। ਸੋ ਸਾਥੀਓ, ਆਓ ਅਸੀਂ ਆ ਕੇ ਪੁਰਾਣੀ ਪੈਨਸ਼ਨ ਲਈ ਲੜਾਈ ਲੜੀਏ। ਤੇ ਨਾਲ ਹੀ ਮੈਂ ਇਹ ਵੀ ਕਹਾਂਗਾ, ਕਿਉਂਕਿ ਇਸ ਵੇਲੇ ਐਨਪੀਐਸ ਮੁਲਾਜ਼ਮ ਨੂੰ ਦੋਹਰੀ ਮਾਰ ਪੈ ਰਹੀ ਹੈ, ਜਿੱਥੇ ਉਸ ਤੇ ਤਨਖਾਹ ਕਟੌਤੀ ਦੀ ਤਲਵਾਰ ਲਟਕ ਰਹੀ ਹੈ, ਉੱਥੇ ਨਾਲ ਹੀ ਉਹਨੂੰ ਜਿਹੜਾ ਲੱਖ ਤੋਂ 1.5 ਲੱਖ ਰੁਪਈਆ ਸ਼ੇਅਰ ਮਾਰਕੀਟ ਦੇ ਗਿਰਾਵਟ ਨਾਲ ਉਹਦਾ ਘਾਟਾ ਜਿਹੜਾ ਸਹਿ ਚੁੱਕਿਆ। ਸੋ ਇਸ ਕਰਕੇ ਸਾਡੀ ਇੱਕੋ ਇੱਕ ਮੰਗ ਹੈ ਪੁਰਾਣੀ ਪੈਨਸ਼ਨ। ਅਸੀਂ ਪ੍ਰਧਾਨ ਮੰਤਰੀ ਨੂੰ ਵੀ ਇਹੀ ਪੱਤਰ ਲਿਖਿਆ ਔਰ ਮੁੱਖ ਮੰਤਰੀ ਜੀ ਨੂੰ ਵੀ ਕਹਿੰਦੇ ਆ ਵੀ ਸਾਡਾ ਜਿਹੜਾ ਉਹਨਾਂ ਦਾ ਆਪਣਾ ਸ਼ੇਅਰ ਹੈ ਐਨਪੀਐਸ ਉਹ ਜ਼ਰੂਰ ਕਢਵਾ ਕੇ ਤੇ ਸਾਨੂੰ ਜਿਹੜਾ ਪੁਰਾਣੀ ਪੈਨਸ਼ਨ ਚ ਲਿਆ ਜਾਵੇ ਉਸ ਵੇਲੇ, ਕਿਉਂਕਿ ਵਿੱਤੀ ਸੰਕਟ ਵੇਲੇ ਉਹਨਾਂ ਨੂੰ ਇਸ ਵੇਲੇ ਖਜ਼ਾਨੇ ਦੀ ਲੋੜ ਹੈ ਤੇ ਸਾਨੂੰ ਇਸ ਵੇਲੇ ਪੁਰਾਣੀ ਪੈਨਸ਼ਨ ਦੀ ਲੋੜ ਹੈ। ਉਹ ਆਪਣਾ ਪੈਸਾ ਕਢਾ ਕੇ ਔਰ ਸਾਡਾ ਪੈਸਾ ਜੀਪੀਐਸ ਚ ਪਾਇਆ ਜਾਏ। ਇਹਨਾਂ ਸ਼ਬਦਾਂ ਨਾਲ ਹੀ ਜੈ ਜਨਤਾ ਜੈ ਸੰਘਰਸ਼। ਹਾਂਜੀ ਜੀ, ਆਪ ਸਾਥੀਓ, ਮੈਂ ਹਰਵਿੰਦਰ ਸਿੰਘ ਬਿਲਗਾ, ਸੂਬਾ ਪ੍ਰਧਾਨ ਬੀਐਡ ਦੇ ਅਧਿਆਪਕ ਪੰਜਾਬ ਤੇ ਸੂਬਾ ਕਮੇਟੀ ਮੈਂਬਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ। ਮੈਂ ਤੁਹਾਡੇ ਨਾਲ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਸਿਰਫ ਜਿਹੜੀ ਨਵੀਂ ਪੈਨਸ਼ਨ ਆ ਇਹਦੀਆਂ ਜਿਹੜੀਆਂ ਬਹੁਤ ਵੱਡੀਆਂ ਕਮੀਆਂ ਨੇ ਉਹ 'ਤੇ ਚਾਨਣਾ ਪਾਉਣਾ। ਸਭ ਤੋਂ ਪਹਿਲੀ ਕਮੀ ਤਾਂ ਇਹੀ ਹੈ ਸਾਥੀਓ ਕਿ ਨਵੀਂ ਪੈਨਸ਼ਨ ਤੁਹਾਨੂੰ ਇੱਕ ਛਲਾਵਾ ਕਿ ਪੈਨਸ਼ਨ ਦੇ ਰਹੇ ਹਾਂ, ਤਾਂ ਮੈਂ ਸਪਸ਼ਟ ਕਰ ਦੇਵਾਂ, ਤੁਹਾਡਾ ਹੀ ਕੱਟਿਆ ਹੋਇਆ ਪੈਸਾ, ਜਿਹਦੇ ਵਿੱਚੋਂ ਬਾਕੀ ਬਚੇ ਪੈਸੇ ਤੁਹਾਨੂੰ ਬਾਅਦ ਵਿੱਚ ਕੁਛ ਜਿਹੜਾ ਸਰਕਾਰ ਹਿੱਸਾ ਪਾਉਂਦੀ ਆ, ਉਹਨੇ ਸਰਕਾਰ ਨੇ ਕਦੇ ਵੀ ਤੁਹਾਨੂੰ ਨਹੀਂ ਦੇਣਾ, ਕਿਉਂਕਿ ਜਿੱਦਣ ਅਸੀਂ ਇਹ ਪੈਸਾ ਵਿਦਡਰਾਅ ਕਰਨਾ 40% ਪੈਸਾ ਲਾਕਡਾਊਨ ਹੋ ਜਾਣਾ, ਅਸੀਂ ਕਦੇ ਵੀ ਨਹੀਂ ਕਢਾ ਸਕਦੇ। ਇਸ ਕਰਕੇ ਜਿਹੜਾ ਤੁਹਾਨੂੰ 60% ਮਿਲਣਾ ਤੁਹਾਡਾ ਹੀ ਪੈਸਾ ਮਿਲਣਾ, ਤੇ ਜਿਹੜਾ 40% ਬਚ ਗਿਆ ਸਿਰਫ ਤੁਹਾਨੂੰ ਉਹਦਾ ਵਿਆਜ ਮਿਲਣਾ। ਤਾਂ ਪਹਿਲਾਂ ਤਾਂ ਜਿਹੜਾ ਕਦੀ ਉਹਨੂੰ ਵਹਿਮ ਆ ਕਿ ਸਾਨੂੰ ਪੈਨਸ਼ਨ ਮਿਲਣੀ ਹੈ, ਪੈਨਸ਼ਨ ਨਹੀਂ ਹੈ, ਤੁਹਾਨੂੰ ਸਿਰਫ ਉਹਦੇ 'ਤੇ ਇੰਟਰਸਟ ਦੇਣਾ, ਜੋ ਕਿ ਕੰਪਨੀਆਂ ਬੜਾ ਸਪਸ਼ਟ ਕਹਿ ਰਹੀਆਂ। ਦੂਜੀ ਗੱਲ ਆ ਕਿ ਕਈ ਲੋਕਾਂ ਨੂੰ ਇਹ ਬਹੁਤ ਵੱਡਾ ਵਹਿਮ ਆ ਕਿ ਸਾਨੂੰ ਤਾਂ ਜੀ ਬਹੁਤ ਪੈਸਾ ਮਿਲ ਜਾਣਾ, ਇਹ ਤਾਂ 2 ਕਰੋੜ ਰੁਪਏ ਮਿਲ ਜਾਣਾ। ਤਾਂ ਉਹਨਾਂ ਦਾ ਭੁਲੇਖਾ ਮੈਂ ਦੱਸ ਕੇ ਦੂਰ ਕਰ ਦਿੰਦਾ ਕਿ ਇਹਦੀ ਬਕਾਇਦਾ ਰੇਸ਼ੋ ਵੰਡੀ ਹੋਈ ਆ, 60-40 ਦੀ ਰੇਸ਼ੋ ਆ। 60% ਰੁਪਈਆ ਤੁਸੀਂ ਕਢਾ ਸਕਦੇ ਹੋ ਐਂਡ ਤੇ, 40% ਉਹਨਾਂ ਨੇ ਰੱਖਣਾ ਜਿਹਦਾ ਤੋਂ ਤੁਹਾਨੂੰ ਪੈਨਸ਼ਨ ਜਿਹਦੇ ਪੈਨਸ਼ਨ ਦਾ ਬਹਾਨਾ ਕਹਿ ਕੇ ਦੇਣਾ ਤੁਹਾਨੂੰ, ਜਿਹਦੇ ਤੇ ਪੈਨਸ਼ਨ ਕਹਿਣਗੇ ਉਹ ਕਿ ਪੈਨਸ਼ਨ ਆਏ।
ਜਿਹੜੀ 60% ਆ ਉਹਦੇ ਤੇ ਵੀ ਸਾਨੂੰ 30% ਟੈਕਸ ਪੈਣਾ, ਤਾਂ ਸੋਚ ਲਓ ਤੁਹਾਨੂੰ ਕਿੰਨਾ ਪੈਸਾ ਮਿਲਣਾ। ਅਗਲੀ ਗੱਲ, ਇਹ ਜਿਹੜਾ ਪੈਸਾ ਕਿੱਥੇ ਜਾ ਰਿਹਾ, ਇਹ ਸ਼ੇਅਰ ਮਾਰਕੀਟ 'ਚ ਲੱਗ ਰਿਹਾ। ਜੋ ਨਵੀਆਂ ਸਕੀਮਾਂ ਆ ਰਹੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ, ਉਹਦੇ ਤਹਿਤ ਹੋ ਸਕਦਾ ਮੁਲਾਜ਼ਮਾਂ ਦੀ ਜਿਹੜੀ ਰਿਟਾਇਰਮੈਂਟ ਏਜ ਆ ਉਹ 31 ਮਾਰਚ, ਰਿਟਾਇਰਮੈਂਟ ਦੀ ਤਰੀਕ ਆ 31 ਮਾਰਚ ਫਿਕਸ ਕਰਨ ਨੂੰ ਕਰਦੇ ਆ। ਉਹਦਾ ਇੱਕ ਕਾਰਨ ਆ, ਜਦੋਂ ਸਾਰੇ ਮੁਲਾਜ਼ਮਾਂ ਦੀ 31 ਮਾਰਚ ਨੂੰ ਰਿਟਾਇਰਮੈਂਟ ਹੋਊ, ਕਿਉਂਕਿ ਸਾਡਾ ਜਿਹੜਾ ਪੈਸਾ ਹੈ ਸ਼ੇਅਰ ਮਾਰਕੀਟ ਨਾਲ ਜੁੜਿਆ ਹੋਇਆ। ਮਾਰਚ ਦੇ ਮਹੀਨੇ ਉਹਨਾਂ ਨੇ ਸ਼ੇਅਰ ਮਾਰਕੀਟ ਸਟੱਡੀਆਂ ਕਰਨੀ ਆ ਹਾਲਾਤਾਂ ਨੂੰ ਦੇਖਦੇ ਹੋਏ, ਤਾਂ ਤੁਸੀਂ ਹਿਸਾਬ ਲਾ ਲਓ ਜਿਵੇਂ ਹੀ ਸ਼ੇਅਰ ਮਾਰਕੀਟ ਡਾਊਨ ਗਈ ਤਾਂ ਨਾਲ ਦੀ ਨਾਲ ਸਾਡਾ ਪੈਸਾ ਵੀ ਉਨੇ ਘਟ ਜਾਣਾ ਤੇ ਸਾਨੂੰ ਘਟੇ ਹੋਏ ਪੈਸੇ ਮਿਲਣਗੇ। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਪਿਛਲੇ ਲਗਭਗ 10 ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਆਪਣੇ ਬੁਢਾਪੇ ਨੂੰ ਇੱਜ਼ਤ ਨਾਲ ਬਤੀਤ ਕਰਨ ਤੇ ਬੁਢਾਪੇ ਵਿੱਚ ਸਿਹਤਯਾਬ ਅਤੇ ਤੰਦਰੁਸਤ ਰਹਿਣ ਲਈ ਇੱਕ ਗੁਜ਼ਾਰੇਯੋਗ ਪੈਨਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਸਿਰਫ ਪੁਰਾਣੀ ਪੈਨਸ਼ਨ ਤੋਂ ਹੀ ਪ੍ਰਾਪਤ ਹੋ ਸਕਦੀ ਹੈ। NPS ਤੋਂ ਰਿਟਾਇਰ ਹੋਏ ਕਰਮਚਾਰੀਆਂ ਨੂੰ ਪ੍ਰਾਪਤ ਹੋ ਰਹੀ ਨਿਗੁਣੀ ਜਿਹੀ 1000, 1500 ਜਾਂ 2000 ਰੁਪਏ ਦੀ ਪੈਨਸ਼ਨ ਇਹਨਾਂ ਜ਼ਰੂਰਤਾਂ ਨੂੰ ਜਾਂ ਬੁਢਾਪੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫੀ ਹੈ। ਇੱਥੇ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਹਾਂ ਕਿ ਪੁਰਾਣੀ ਪੈਨਸ਼ਨ ਪ੍ਰਾਪਤ ਕਰ ਰਹੇ ਕਰਮਚਾਰੀਆਂ ਨੂੰ ਇੱਕ ਨਿਸ਼ਚਿਤ ਰਾਸ਼ੀ ਪ੍ਰਾਪਤ ਹੁੰਦੀ ਹੈ, ਜਦਕਿ NPS ਤੋਂ ਰਿਟਾਇਰ ਹੋਏ ਕਰਮਚਾਰੀਆਂ ਨੂੰ ਅਨਿਸ਼ਚਿਤ ਰਾਸ਼ੀ ਪ੍ਰਾਪਤ ਪੈਨਸ਼ਨ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹ NPS ਦੀ ਰਾਸ਼ੀ ਸ਼ੇਅਰ ਮਾਰਕੀਟ 'ਤੇ ਨਿਰਭਰ ਕਰਦੀ ਹੈ। ਇਸ ਲਈ ਮੈਂ ਸਰਕਾਰਾਂ ਤੋਂ ਮੰਗ ਕਰਦਾ ਹਾਂ ਕਿ ਸਮਾਜ ਵਿੱਚ ਬੁਢਾਪੇ ਨੂੰ ਇੱਜ਼ਤ ਦਿਵਾਉਣ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਇੱਥੇ ਇਹ ਵੀ ਜਾਣਨਯੋਗ ਹੈ ਕਿ ਪੁਰਾਣੀ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਬੁਢਾਪੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਜਾਂ ਕਿੱਤਾ ਕਰਨ ਦੀ ਲੋੜ ਨਹੀਂ ਪੈਂਦੀ, ਜਦਕਿ NPS ਤੋਂ ਰਿਟਾਇਰ ਹੋਏ ਕਰਮਚਾਰੀਆਂ ਨੂੰ ਆਪਣਾ ਜੀਵਨ ਯਾਪਨ, ਆਪਣਾ ਬੁਢਾਪਾ ਵਧੀਆ ਤਰੀਕੇ ਨਾਲ ਬਤੀਤ ਕਰਨ ਲਈ ਲਗਾਤਾਰ ਕੰਮ ਧੰਦਾ ਕਰਨ ਦੀ ਲੋੜ ਰਹਿੰਦੀ ਹੈ, ਕਿਉਂਕਿ ਉਹ ਪੈਨਸ਼ਨ NPS ਦੇ ਰੂਪ ਵਿੱਚ ਪ੍ਰਾਪਤ ਕਰ ਰਹੇ ਹਨ, ਉਹ ਉਹਨਾਂ ਦਾ ਗੁਜ਼ਾਰਾ ਯਾਪਨ, ਜੀਵਨ ਯਾਪਨ ਕਰਨ ਲਈ ਨਾਕਾਫੀ ਹੁੰਦੀ ਹੈ। ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਨਿਰਮਲ ਸਿੰਘ, ਇੰਸਟ੍ਰਕਟਰ ITI ਮੋਗਾ। ਪਿਛਲੇ ਸਮੇਂ ਤੋਂ ਮੈਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਨਾਲ ਸੰਘਰਸ਼ ਕਰਦਾ ਆ ਰਿਹਾ ਹੈਗਾ। ਜਸਵੀਰ ਸਿੰਘ ਤਲਵਾੜਾ ਦੀ ਅਗਵਾਈ ਵਿੱਚ ਇਹ ਕਮੇਟੀ ਲਗਾਤਾਰ ਸੰਘਰਸ਼, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਲਈ ਲਗਾਤਾਰ ਸੰਘਰਸ਼ ਦੇ ਵਿੱਚ ਲੱਗੀ ਹੋਈ ਹੈਗੀ ਆ ਤੇ ਇਸ ਨੇ ਕੁਝ ਪ੍ਰਾਪਤੀਆਂ ਤਾਂ ਕੀਤੀਆਂ ਹਨ ਤੇ ਅੱਗੇ ਇਹ ਸੰਘਰਸ਼ ਜਾਰੀ ਹੈਗੀ ਆ। ਇਹ ਜਿਹੜੀ ਨਵੀਂ ਪੈਨਸ਼ਨ ਸਿਰਫ ਇਸ ਵਿੱਚ ਸ਼ਬਦ ਤਾਂ ਪੈਨਸ਼ਨ ਵਰਤਿਆ ਗਿਆ ਹੈਗਾ, ਪਰ ਇਹਦੇ ਵਿੱਚ ਪੈਨਸ਼ਨ ਵਰਗੀ ਕੋਈ ਚੀਜ਼ ਨਹੀਂ ਹੈਗੀ। ਇਹ ਲਾਗੂ ਕੀਤੀ ਗਈ ਹੈ ਤੇ ਕਾਫੀ ਸਾਰੇ ਘਾਟੇ ਹੈਗੇ ਹਨ ਜਿਸ ਦਾ ਮੁਲਾਜ਼ਮਾਂ ਨੂੰ ਕੋਈ ਸਿੱਧੇ ਤੌਰ 'ਤੇ ਕੋਈ ਫਾਇਦਾ ਨਹੀਂ ਪਹੁੰਚ ਰਿਹਾ ਹੈਗਾ। ਮੁਲਾਜ਼ਮ ਦੇ ਪੈਸੇ ਨੂੰ ਬਾਜ਼ਾਰ ਵਿੱਚ ਲਾਇਆ ਜਾਣਾ ਹੀ ਸਭ ਤੋਂ ਆਪਣੇ ਆਪ ਵਿੱਚ ਵੱਡਾ ਘਾਟਾ ਹੈਗਾ, ਕਿਉਂਕਿ ਮੁਲਾਜ਼ਮ ਜਿਹੜਾ ਹੈਗਾ ਜੋਖਮ ਨਹੀਂ ਲੈ ਸਕਦਾ ਹੈਗਾ। ਮੁਲਾਜ਼ਮ ਇੱਕ ਨਿਯਮਤ ਤਨਖਾਹ ਪਾਲਦਾ ਹੈਗਾ, ਉਹ ਰੈਗੂਲਰ ਇਨਕਮ ਪਾਲਦਾ ਹੈਗਾ। ਸਾਰੀ ਉਮਰ ਦੇ ਆਪਣੇ ਕੰਮ ਦੇ ਬਦਲੇ ਬੁਢਾਪੇ ਵੇਲੇ ਉਹ ਰੈਗੂਲਰ ਇਨਕਮ ਨੂੰ ਪੈਨਸ਼ਨ ਦੇ ਰੂਪ ਵਿੱਚ ਚਾਹੁੰਦਾ ਹੈਗਾ। ਉਸ ਤੋਂ ਬਾਅਦ ਜਿਹੜਾ ਰਿਟਾਇਰਮੈਂਟ ਸਮੇਂ ਬਾਜ਼ਾਰ ਦੀ ਸਥਿਤੀ 'ਤੇ ਨਿਰਭਰ ਹੈ ਕਿ ਪੈਨਸ਼ਨ ਕਿੰਨੀ ਮਿਲੂਗੀ। ਜੇ ਉਸ ਟਾਈਮ ਬਾਜ਼ਾਰ ਡਾਊਨ ਚੱਲ ਰਿਹਾ ਹੈਗਾ ਤਾਂ ਜਿਹੜਾ ਤੁਹਾਨੂੰ ਇੱਕ ਇਕੱਠਾ ਪੈਸਾ ਮਿਲਣਾ ਹੈਗਾ ਉਹ ਤੁਹਾਨੂੰ ਬਹੁਤ ਘੱਟ ਵੀ ਮਿਲ ਸਕਦਾ ਹੈਗਾ। ਜਿਹੜਾ ਤੁਹਾਡਾ ਪੈਸਾ ਪਿਆ ਇੱਕਦਮ ਘਟ ਗਿਆ, ਕੁਝ ਦਿਨਾਂ ਲਈ ਰਿਟਾਇਰਮੈਂਟ ਦੇ ਲਈ, ਕੁਝ ਮਹੀਨਿਆਂ ਲਈ ਘਟ ਗਿਆ, ਜਿਵੇਂ ਕਿ ਅੱਜ ਦੀ ਸਥਿਤੀ ਚੱਲ ਰਹੀ ਹੈਗੀ ਆ, ਤਾਂ ਅੱਜ ਦੇ ਸਮੇਂ ਕੋਈ ਰਿਟਾਇਰਮੈਂਟ ਹੁੰਦਾ ਉਹਨੂੰ ਕਾਫੀ ਪੈਸਾ ਘੱਟ ਮਿਲਣਾ ਹੈ, ਤਾਂ ਜੋ ਕਿ ਗਰੰਟਡ ਲਾਭ ਨਹੀਂ ਹੈਗਾ। ਇਸ ਦਾ ਮਤਲਬ ਕੋਈ ਗਰੰਟਡ ਲਾਭ ਨਹੀਂ ਹੈਗਾ। ਇੱਕ ਤਾਂ ਇਹ ਘਾਟਾ ਹੋ ਗਿਆ। ਦੂਸਰਾ, ਪੁਰਾਣੀ ਪੈਨਸ਼ਨ ਦੇ ਨਾਲ ਪੁਰਾਣੀ ਪੈਨਸ਼ਨ ਜਦੋਂ 1/1/2000 ਤੋਂ ਪਹਿਲਾਂ ਜਿਹੜੀ ਲਾਗੂ ਸੀਗੀ ਉਹ ਬੰਦ ਕਰ ਦਿੱਤੀ ਗਈ। 1/1/2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਲਈ ਬੰਦ ਕਰ ਦਿੱਤੀ ਗਈ। ਪੁਰਾਣੀ ਪੈਨਸ਼ਨ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਸਾਡੇ ਫਾਇਦੇ ਉਹ ਵੀ ਬੰਦ ਕਰ ਦਿੱਤੇ ਗਏ ਸੀਗੇ, ਜਿਵੇਂ ਕਿ ਗ੍ਰੈਚੁਟੀ, ਟੈਕਸ ਗ੍ਰੇਸ਼ੀਆ, ਇੱਕ GPF ਦਾ ਵਿਆਜ, ਮਿਲਣ ਵਾਲਾ ਵਿਆਜ, ਇਹ ਸਾਰਾ ਕੁਝ ਜਿਹੜਾ ਹੈਗਾ ਉਦੋਂ ਪੁਰਾਣੀ ਪੈਨਸ਼ਨ ਦੇ ਨਾਲ ਹੀ ਮਿਲਦਾ ਸੀਗਾ, ਜਿਸ ਦੇ ਵਿੱਚੋਂ ਸੰਘਰਸ਼ ਕਰਕੇ ਭਾਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਗ੍ਰੈਚੁਟੀ ਤੇ ਐਕਸ ਗ੍ਰੇਸ਼ੀਆ ਤਾਂ ਲਾਗੂ ਕਰਵਾ ਲਈ ਹੈਗੀ ਆ,
ਪਰ ਜੀਪੀਐਫ ਅਤੇ ਉਸ ਤੋਂ ਮਿਲਣ ਵਾਲਾ ਵਿਆਜ ਜਿਹੜਾ ਰਿਟਾਇਰਮੈਂਟ ਦੇ ਸਮੇਂ ਮਿਲਦਾ ਸੀ ਉਹ ਹੋਣ ਵਾਲੇ ਮੁਲਾਜ਼ਮਾਂ ਨੂੰ ਨਹੀਂ ਹੈਗਾ। ਜਿਹੜਾ ਕਿ ਐਨਪੀਐਸ ਵਿੱਚ ਲੱਗਿਆ ਪੈਸਾ ਜੇ ਉਸ ਟਾਈਮ ਜਿੰਨਾ ਹੈ ਉਹੀ ਮਿਲਣਾ ਹੈਗਾ, ਉਹਦੇ ਚੋਂ ਉਹਦਾ ਵੀ ਕੁਝ ਹਿੱਸਾ ਮਿਲਣਾ, ਸਾਰਾ ਨਹੀਂ ਮਿਲਣਾ। ਇਹ ਜਿਹੜਾ ਪੈਸਾ ਉਸ ਸਮੇਂ ਦੇ ਬਾਜ਼ਾਰ ਤੇ ਨਿਰਭਰ ਕਰਦਾ। ਜੇ ਬਾਜ਼ਾਰ ਡਾਊਨ ਚੱਲ ਰਿਹਾ ਹੈਗਾ ਰਿਟਾਇਰਮੈਂਟ ਦੇ ਸਮੇਂ ਤਾਂ ਪੈਸਾ ਬਹੁਤ ਘੱਟ ਵੀ ਮਿਲ ਸਕਦਾ, ਵੱਡਾ ਘਾਟਾ ਵੀ ਪੈ ਸਕਦਾ ਹੈਗਾ ਕਿਸੇ ਮੁਲਾਜ਼ਮ ਨੂੰ। ਇਸ ਦਾ ਜਿਹੜਾ 40% ਹਿੱਸਾ ਜਿਹੜਾ ਉਸ ਸਮੇਂ ਮੰਨ ਲਓ ਤੁਹਾਡਾ 10 ਲੱਖ ਹੋ ਗਿਆ ਤਾਂ 4 ਲੱਖ ਜਿਹੜਾ